पढ़दे जो नित अखबारां खबरां पड़चोलण बह के दुनिया ते टीका टिप्पणी करदे विच चिंतन रह के घर दी कोई खबर ना वाचे मुड़े आउंदे शब्द ना कह के समझ दा लड़ नहीं फड़दे जो दसी गुरां मुखों कह के पर तख कीती खबर खुदाई सूखमा नी तशद्दद सह के सूखमा नी तशद्दद सह के। चैनल तू सत अखंड जोत वेख रहे सारे ही ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰੇ ਅੱਜ ਬੋਲਣ ਦਾ ਪਹਿਲੂ ਹੈ ਖਬਰਾਂ। ਸਵੇਰੇ ਸਾਜਰੇ ਹੀ ਜਦੋਂ ਅਜੇ ਚਿੜੀਆਂ ਚਹਿਕ ਹੀ ਰਹੀਆਂ ਹੁੰਦੀਆਂ ਹਨ ਕਿ ਘਰ ਦੇ ਕੰਧ ਉੱਤੋਂ ਦੀ ਆਣ ਵਿਹੜੇ ਵਿੱਚ ਡਿੱਗਦੀ ਹੈ ਕਈ ਸਫ਼ੇ ਲੰਮੀ ਉਹ ਪੱਤਰਕਾ ਜਿਹਨੂੰ ਅਸੀਂ ਅਖਬਾਰ ਕਹਿੰਦੇ ਹਾਂ। ਉਹ ਅਖਬਾਰ ਜਿਸ ਦਾ ਕੋਨਾ ਵੰਨ ਸੁਵੰਨੀਆਂ ਖਬਰਾਂ ਨਾਲ ਭਰਿਆ ਹੁੰਦਾ ਹੈ ਤੇ ਵੱਡੇ ਉਸ ਰੋਲ ਬਣੀ ਅਖਬਾਰ ਨੂੰ ਵੇਖਦੇ ਹੀ ਬੱਚਿਆਂ ਨੂੰ ਆਖ ਦਿੰਦੇ ਨੇ ਕਿ ਜਾ ਭੱਜ ਕੇ ਅਖਬਾਰ ਚੁੱਕ ਲਿਆ, ਸਿਰਫ ਇਸੇ ਕਰਕੇ ਕਿਉਂਕਿ ਸਾਨੂੰ ਰੁਚੀ ਹੁੰਦੀ ਹੈ ਇਸ ਜਾਣਨ ਦੀ ਕਿ ਕੀ ਹੋ ਰਿਹਾ ਹੈ ਤੇ ਕੀ ਹੋਣ ਵਾਲਾ ਹੈ। ਤੇ ਆਪ ਸਭ ਮੇਰੀ ਇਸ ਗੱਲ ਨਾਲ ਜ਼ਰੂਰ ਸਹਿਮਤ ਹੋਵੋਗੇ ਕਿ ਸਾਡੀ ਉਤਸੁਕਤਾ ਅਖਬਾਰ ਪੜ੍ਹਨ ਨਾਲ ਖਤਮ ਨਹੀਂ ਹੁੰਦੀ, ਸਗੋਂ ਆਪਣੇ ਦੁਆਰਾ ਪੜ੍ਹੀ ਖਬਰ ਤੋਂ ਅਚੰਭਿਤ ਹੋ ਅਸੀਂ ਹੋਰਨਾਂ ਨਾਲ ਵੀ ਉਸ ਖਬਰ ਦੀ ਚਰਚਾ ਕਰਦੇ ਹਾਂ, ਉਸ ਉੱਤੇ ਆਪਣਾ ਵਿਚਾਰ ਵਟਾਂਦਰਾ ਸਾਂਝਾ ਕਰਦੇ ਹਾਂ ਕਿ ਵੇਖੋ ਕੀ ਵਰਤ ਰਿਹਾ ਹੈ, ਕੀ ਹੋਵੇਗਾ ਅਗਾਂਹ। ਕਈ ਖਬਰਾਂ ਨੂੰ ਪੜ੍ਹ ਚਿੰਤਿਤ ਹੁੰਦੇ ਹਾਂ, ਕਈਆਂ ਨੂੰ ਪੜ੍ਹ ਪਰੇਸ਼ਾਨੀ ਵਿੱਚ ਘਿਰ ਜਾਂਦੇ ਹਾਂ, ਆਸ-ਪਾਸ ਦੇ ਕਰੀਬੀਆਂ ਨਾਲ ਉਸ ਦੀ ਡਿਸਕਸ਼ਨ ਕਰਦੇ ਹਾਂ। ਜਦੋਂ ਤੱਕ ਕੋਈ ਸੁਖਾਵਾਂ ਸਿੱਟਾ ਨਾ ਨਿਕਲ ਜਾਏ ਅਸੀਂ ਬਾਰ-ਬਾਰ ਉਸੇ ਮੁੱਦੇ ਦੀਆਂ ਖਬਰਾਂ ਨੂੰ ਘੋਖਦੇ ਰਹਿੰਦੇ ਹਾਂ। ਤੇ ਅੱਜ ਦੇ ਆਧੁਨਿਕ ਸਮਾਜ ਦੀ ਗੱਲ ਕਰਾਂ ਤਾਂ ਇੰਟਰਨੈਟ 'ਤੇ ਅਸੀਂ ਖਬਰਾਂ ਹੀ ਤਾਂ ਭਾਲਦੇ ਹਾਂ। ਜਿਵੇਂ ਰਸ਼ੀਆ ਤੇ ਯੂਕਰੇਨ ਦੀ ਜੰਗ ਦੀ ਇੱਕ ਖਬਰ ਨੇ ਹਰ ਦੇਸ਼ ਦੇ ਹਰ ਨਾਗਰਿਕ ਦੇ ਜ਼ਿਹਨ 'ਤੇ ਇੰਨਾ ਪ੍ਰਭਾਵ ਪਾਇਆ ਕਿ ਹਰ ਰੋਜ਼ ਸਾਡੇ ਵੱਲੋਂ ਉਸੇ ਪ੍ਰਤੀ ਨਵੀਂ ਖਬਰ ਨੂੰ ਜਾਣਨ ਦੀ ਚਾਹਨਾ ਨੇ ਬਾਰ-ਬਾਰ ਸਾਨੂੰ ਇੰਟਰਨੈਟ ਉੱਤੇ ਰਸ਼ੀਆ ਯੂਕਰੇਨ ਵਾਰ ਬਾਰੇ ਸਰਚ ਕਰਨ ਲਈ ਮਜਬੂਰ ਕੀਤਾ। ਪਰ ਹੁਣ ਇੱਕ ਗੱਲ ਨੂੰ ਵਿਚਾਰੀਏ ਕਿ ਜੇ ਇਹਨਾਂ ਖਬਰਾਂ ਨੇ ਸਾਡੇ ਦਿਲ ਦਿਮਾਗ 'ਤੇ ਇੰਨਾ ਪ੍ਰਭਾਵ ਪਾਇਆ ਕਿ ਅਸੀਂ ਆਪਣਾ ਸਾਰਾ ਚਿੰਤਨ ਸਮਾਂ ਸਰਮਾਇਆ ਇਹਨਾਂ ਖਬਰਾਂ ਦੀ ਘੋਖ ਪੜਤਾਲ ਅਤੇ ਸੁਖਾਵੇਂ ਸਿੱਟੇ ਦੀ ਆਸ ਉਮੀਦ ਵਿੱਚ ਲਗਾ ਦਿੱਤਾ, ਤਾਂ ਫਿਰ ਕਿਉਂ ਨਿੱਜ ਘਰ ਤੋਂ ਆਈ ਧੁਰੇ ਮੂਲ ਤੋਂ ਉੱਠੀ ਨਿੱਜ ਦੀ ਮੁੱਢ ਮੂਲ ਦੀ ਖਬਰ ਨੇ ਸਾਨੂੰ ਪ੍ਰਭਾਵਿਤ ਨਹੀਂ ਕੀਤਾ। ਧੁਰ ਕੀ ਬਾਣੀ ਗੁਰੂ ਗੁਰਬਾਣੀ ਵੱਲੋਂ ਜੋ ਧੁਰੇ ਮੂਲ ਦੀਆਂ ਖਬਰਾਂ ਇਸ ਸੰਸਾਰ ਵਿੱਚ ਗੁਰੂਆਂ ਭਗਤਾਂ ਨੇ ਬੇਹੱਦ ਕਰੜੀਆਂ ਘਾਲਣਾ ਘਾਲ ਕੇ ਸਾਡੇ ਤੱਕ ਪਹੁੰਚਾਈਆਂ, ਕਿਉਂ ਸਾਨੂੰ ਕਦੀ ਉਹਨਾਂ ਖਬਰਾਂ ਨੇ ਅਚੰਭਿਤ ਨਹੀਂ ਕੀਤਾ? ਕਿਉਂ ਅਸੀਂ ਹਲੂਣੇ ਨਹੀਂ ਗਏ ਜਦੋਂ ਗੁਰੂ ਗੁਰਬਾਣੀ ਦੇ ਇਹ ਵਾਕ ਸਾਹਮਣੇ ਆਏ ਕਿ ਮੇਰੇ ਜੀੜਿਆ ਪਰਦੇਸੀਆ ਕਿਤ ਪਵੇ ਜੰਜਾਲੇ ਰਾਮ? ਕਿਉਂ ਸਾਡੇ ਪੈਰਾਂ ਹੇਠਲੀ ਜ਼ਮੀਨ ਨਹੀਂ ਸਰਕੀ ਜਦੋਂ ਅਸੀਂ ਪੜ੍ਹਿਆ ਦੇਸ ਛੋੜ ਪਰਦੇਸੇ ਧਾਇਆ? ਕਿਉਂ ਮਾਇਆ ਤੋਂ ਡਰ ਕੇ ਅਸੀਂ ਲਾਂਭੇ ਨਹੀਂ ਹੋਏ ਜਦੋਂ ਗੁਰੂ ਸਾਹਿਬ ਇਹ ਖਬਰ ਦਿੱਤੀ ਕਿ ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ? ਕਿਉਂ ਅਸੀਂ ਭੈ ਭੀਤ ਨਹੀਂ ਹੋਏ ਇਹ ਸੁਣ ਕੇ ਕਿ ਭੌਜਲ ਬਿਖਮ ਡਰਾਵਣਾ, ਨਾ ਕੰਦੀ ਨਾ ਪਾਰ, ਨਾ ਬੇੜੀ ਨਾ ਤੁਲਹੜਾ, ਨਾ ਤਿਸ ਵੰਝ ਮਲਾਰ? ਕਿਉਂ ਇਹਨਾਂ ਖਬਰਾਂ ਨੇ ਸਾਨੂੰ ਔਗਣ ਛੱਡਣ ਲਈ ਮਜਬੂਰ ਨਹੀਂ ਕੀਤਾ ਕਿ ਲਾਲਚ ਲਾਗਿਆ ਜਨਮ ਗਵਾਇਆ, ਮਾਇਆ ਭਰਮ ਭੁਲਾਏਗਾ, ਧਨ ਜੋਬਨ ਕਾ ਗਰਬ ਨਾ ਕੀਜੈ, ਕਾਗਦ ਜਿਉਂ ਗਲ ਜਾਏਗਾ? ਕਿਉਂ ਹਸ਼ਰ ਦਿਹਾੜੇ ਦੇ ਵਰਤਾਂਤ ਸੁਣ ਸਾਡੀਆਂ ਰਾਤਾਂ ਦੀਆਂ ਨੀਂਦਾਂ ਨਹੀਂ ਉੱਡੀਆਂ ਕਿ ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਛੂ ਨਾ ਬਿਸਾਏਗਾ, ਸਿਮਰਨ ਭਜਨ ਦਇਆ ਨਹੀਂ ਕੀਨੀ ਤੋ ਮੁਖ ਚੋਟਾਂ ਖਾਏਗਾ, ਧਰਮ ਰਾਏ ਜਬ ਲੇਖਾ ਮੰਗਿਆ ਕਿਆ ਮੁਖ ਲੈ ਕੇ ਜਾਏਗਾ? ਅਖਬਾਰ ਜਿਹਨੂੰ ਸਮਾਚਾਰ ਪੱਤਰ ਵੀ ਕਿਹਾ ਜਾਂਦਾ ਹੈ, ਜੋ ਸਮੇਂ ਦੀ ਖਬਰ ਦਿੰਦਾ ਹੈ, ਉਸ ਨੂੰ ਪੜ੍ਹ ਕੇ ਤਾਂ ਅਸੀਂ ਸਭ ਨੇ ਉਹਨਾਂ ਸਮੇਂ ਦੀਆਂ ਖਬਰਾਂ 'ਤੇ ਵਿਚਾਰ ਕੀਤੀ। ਪਰ ਫਿਰ ਕਿਉਂ ਧੁਰੇ ਤੋਂ ਆਈਆਂ ਅਸੀਮ ਦੀਆਂ ਖਬਰਾਂ ਨੂੰ ਅਸੀਂ ਆਪਣੀ ਤਵੱਜੋ ਨਹੀਂ ਦਿੱਤੀ? ਕਿਉਂ ਉਹਨਾਂ ਖਬਰਾਂ ਨੂੰ ਨਜ਼ਰ ਅੰਦਾਜ਼ ਕਰਦੇ ਰਹੇ ਜੋ ਸਾਡਾ ਇਸ ਸੰਸਾਰ ਵਿੱਚ ਸਮਾਂ ਮੁੱਕਣ ਤੋਂ ਬਾਅਦ ਵੀ ਜਾਰੀ ਰਹਿਣਗੀਆਂ? ਕਿਉਂ ਪਾਠ ਕਰਨ ਸੁਣਨ ਮਗਰੋਂ ਅਸੀਂ ਆਪਣੇ ਘਰ ਪਰਿਵਾਰ ਨਾਲ, ਰਿਸ਼ਤੇਦਾਰਾਂ ਸੱਜਣਾਂ ਮਿੱਤਰਾਂ ਦੋਸਤਾਂ ਨਾਲ ਗੁਰੂ ਗੁਰਬਾਣੀ ਦੁਆਰਾ ਦਿੱਤੀਆਂ ਇਹਨਾਂ ਖਬਰਾਂ 'ਤੇ ਵਿਚਾਰ ਵਟਾਂਦਰਾ ਨਹੀਂ ਕੀਤਾ ਕਿ ਮਿੱਤਰੋ ਪਿਆਰਿਓ ਆਪਣਾ ਘਰ-ਬਾਰ ਦੇਸ਼ ਛੱਡ ਅਸੀਂ ਕਿਸੇ ਪਰਾਏ ਦੇਸ਼ ਵਿੱਚ ਆਣ ਕੇ ਫਸ ਗਏ ਹਾਂ, ਜਿੱਥੇ ਅਸੀਂ ਇੰਨੇ ਕੁ ਬੇਹੋਸ਼ੇ ਹੋ ਗਏ ਹਾਂ ਕਿ ਸਾਨੂੰ ਆਪਣਾ ਆਪ ਤੱਕ ਵਿਸਰ ਚੁੱਕਾ ਹੈ, ਸਾਨੂੰ ਸਾਡੇ ਨਿੱਜ ਘਰ ਤੱਕ ਦੀ ਖਬਰ ਨਹੀਂ ਹੈ। ਤੇ ਸਮਾਂ ਲੰਘਦਾ ਜਾ ਰਿਹਾ ਹੈ ਕਿ ਔਸਰ ਬੀਤਿਓ ਜਾਤ ਹੈ, ਕਹਿਓ ਮਾਨ ਲੈ ਮੇਰੋ। ਇਸ ਲਈ ਸਾਡੀ ਆਪ ਸਭ ਸੰਗਤ ਅੱਗੇ ਦਰਖਾਸਤ ਹੈ ਕਿ ਆਓ ਅੱਜ ਉਪਰਾਲਾ ਕਰੀਏ ਗੁਰੂ ਗੁਰਬਾਣੀ ਦੁਆਰਾ ਜ਼ਾਹਰ ਕੀਤੀਆਂ ਮੁੱਢ ਮੂਲ ਦੀਆਂ ਖਬਰਾਂ ਨੂੰ ਵਿਚਾਰਨ ਦਾ, ਉਹਨਾਂ ਨੂੰ ਜਾਣਨ ਦਾ
ਕਿਤੇ ਸਾਡੀਆਂ ਅਣਗਹਿਲੀਆਂ ਵਿੱਚ ਇਹ ਨਾ ਹੋਵੇ ਕਿ ਸਾਥੋਂ ਇਹਨਾਂ ਖਬਰਾਂ ਨੂੰ ਵਿਚਾਰਨ ਦਾ ਮੌਕਾ ਹੀ ਖੁੱਸ ਜਾਵੇ, ਜਿਨ੍ਹਾਂ ਨੂੰ ਸਾਡੇ ਤੱਕ ਪਹੁੰਚਾਉਣ ਲਈ ਗੁਰੂਆਂ ਭਗਤਾਂ ਪਿਆਰਿਆਂ ਨੇ ਆਪਣਾ ਆਪ ਤੱਕ ਕੁਰਬਾਨ ਕਰ ਦਿੱਤਾ ਕਿ ਪੰਜਵੇਂ ਪਾਤਸ਼ਾਹ ਤੱਤੀ ਤਵੀ ਤੇ ਬੈਠ ਗਏ। ਨੌਵੇਂ ਪਾਤਸ਼ਾਹ ਚਾਂਦਨੀ ਚੌਕ ਵਿੱਚ ਸ਼ਹੀਦੀ ਦੇ ਦਿੱਤੀ। ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਚੀਰਿਆ ਗਿਆ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ। ਭਾਈ ਦਿਆਲਾ ਜੀ ਨੂੰ ਉਬਲਦੀਆਂ ਦੇਗਾਂ ਵਿੱਚ ਉਬਾਲਿਆ ਗਿਆ ਤੇ 10ਵੇਂ ਪਾਤਸ਼ਾਹ ਸਾਰਾ ਪਰਿਵਾਰ ਵਾਰ ਕੇ ਵੀ ਇਹ ਉਚਾਰਿਆ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।